ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ दैनिक सवेरा टीवी। ਅੱਜ ਕਿਸਾਨੀ ਸੰਘਰਸ਼ ਦਾ 9ਵਾਂ ਦਿਨ ਹੈ। ਕਿਸਾਨ ਪੂਰੇ ਜੋਸ਼ ਦੇ ਨਾਲ ਦਿੱਲੀ ਦੇ ਬਾਰਡਰਾਂ ਤੇ ਡਟੇ ਹੋਏ ਨੇ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਯਾਨੀ ਕਿ ਕਿਸਾਨੀ ਸੰਘਰਸ਼ ਦੇ 8ਵੇਂ ਦਿਨ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਹੋਈ ਸੀ, ਜੋ ਕਿ ਬੇਸਿੱਟਾ ਰਹੀ, ਜਿਸ ਤੋਂ ਬਾਅਦ ਅੱਜ ਕੇਂਦਰ ਸਰਕਾਰ ਵੱਲੋਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਪੁਲਿਸ ਬਲ ਭਾਰੀ ਗਿਣਤੀ ਦੇ ਵਿੱਚ ਤੈਨਾਤ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਅੱਜ ਕਿਸਾਨਾਂ ਨੇ ਫੈਸਲਾ ਲੈਂਦੇ ਹੋਏ 8 ਦਸੰਬਰ ਨੂੰ ਭਾਰਤ ਬੰਦ ਦਾ ਐਲਾਨ ਕਰ ਦਿੱਤਾ ਹੈ। ਕੱਲ ਕਿਸਾਨੀ ਸੰਘਰਸ਼ ਦੇ 8ਵੇਂ ਦਿਨ ਕੇਂਦਰ ਦੇ ਮੰਤਰੀਆਂ ਨਾਲ ਕਿਸਾਨਾਂ ਦੀ ਬੈਠਕ ਹੋਈ ਸੀ, ਜੋ ਕਿ ਬੇਸਿੱਟਾ ਰਹੀ। ਅੱਜ 9ਵਾਂ ਦਿਨ ਹੈ ਤੇ ਦਿੱਲੀ ਦੇ ਬਾਰਡਰਾਂ ਉੱਪਰ ਸੁਰੱਖਿਆ ਵਧਾ ਦਿੱਤੀ ਗਈ ਹੈ। ਭਾਰੀ ਪੁਲਿਸ ਬਲ ਬਾਰਡਰਾਂ ਉੱਪਰ ਤੈਨਾਤ ਕੀਤਾ ਗਿਆ ਹੈ। ਨਾਲ ਹੀ BSF ਅਤੇ ਰੈਪਿਡ ਫੋਰਸ ਆਦਿ ਦੇ ਬਲ ਤੈਨਾਤ ਕੀਤੇ ਗਏ ਨੇ। ਇੱਕ ਪਾਸੇ ਕੇਂਦਰ ਸਰਕਾਰ ਵੱਲੋਂ ਮਸਲੇ ਦੇ ਹੱਲ ਲਈ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਬੁਲਾਈ ਜਾ ਰਹੀ ਹੈ ਅਤੇ ਦੂਜੇ ਪਾਸੇ ਪੁਲਿਸ ਫੋਰਸ ਦੀ ਗਿਣਤੀ ਵਧਾਈ ਜਾ ਰਹੀ ਹੈ। ਕੇਂਦਰ ਸਰਕਾਰ ਦੀ ਅਪਣਾਈ ਜਾ ਰਹੀ ਇਹ ਦੋਹਰੀ ਨੀਤੀ ਕਿਸਾਨਾਂ ਤੇ ਵਿਰੋਧੀ ਧਿਰਾਂ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ। ਦਿੱਲੀ 'ਚ ਕਿਸਾਨਾਂ ਦੇ ਸੰਘਰਸ਼ ਦਾ 8ਵਾਂ ਦਿਨ ਬੀਤ ਜਾਣ ਤੋਂ ਬਾਅਦ 9ਵੇਂ ਦਿਨ ਵੀ ਇਹ ਧਰਨਾ ਜਾਰੀ ਹੈ। ਦਿੱਲੀ UP ਬਾਰਡਰ ਤੇ ਧਰਨਾ ਲਗਾ ਕੇ ਬੈਠੇ ਕਿਸਾਨਾਂ ਵੱਲੋਂ ਮੇਰਠ ਐਕਸਪ੍ਰੈਸ ਵੇ ਵੀ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਗਿਆ। UP ਬਾਰਡਰ ਤੋਂ ਵੱਡੀ ਗਿਣਤੀ 'ਚ ਸਿੱਖ ਜਥੇਬੰਦੀਆਂ ਤੇ ਬਾਕੀ ਕਿਸਾਨ ਪਹੁੰਚੇ ਹੋਏ ਨੇ, ਜਿੱਥੇ ਲੰਗਰ ਦੀ ਵਿਵਸਥਾ ਵੀ ਪੂਰੀ ਤਰ੍ਹਾਂ ਨਾਲ ਕੀਤੀ ਗਈ ਹੈ। ਧਰਨੇ ਪ੍ਰਦਰਸ਼ਨ ਦੇ ਚੱਲਦੇ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਪ੍ਰਬੰਧ ਵਧਾ ਦਿੱਤੇ ਗਏ ਨੇ। ਦਿੱਲੀ 'ਚ ਕਿਸਾਨੀ ਸੰਘਰਸ਼ ਦਾ 9ਵਾਂ ਦਿਨ ਹੈ ਅਤੇ ਲੰਗਰ ਦੀ ਸੇਵਾ ਕਰਨ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਕੁੰਡਲੀ ਬਾਰਡਰ ਤੇ ਧਰਨੇ ਤੇ ਬੈਠੇ ਕਿਸਾਨਾਂ ਲਈ ਹਰਿਆਣਾ ਦੇ ਲੋਕਾਂ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ। ਇਸ ਦੌਰਾਨ ਹਰਿਆਣਾ ਦੇ ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਜਿੰਨੀ ਦੇਰ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੇ, ਉਨੀ ਦੇਰ ਧਰਨੇ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹਿਣਗੇ। मैं ये कहना चाह रहा कि भाई ये किसान वो कौम है जो दूध के लिए पशु अन्न रखते हैं, वो 10 महीने में ब्याती है, उसका इंतजार करके फिर दूध पीने वाले हैं। और ये 4 दिन में सरकार के ये तारीख ये झुक जाएंगे, चाहे 1 साल के 2 साल लग जाओ, अपनी कंडीशन पे और किसानों की भलाई का कानून बनेगा तो मान्यता का ना इस मोदी का सरकार का मुर्दाबाद मुर्दाबाद रहेगी। और रही बात इन्होंने ये बना रखा कि भाई किसानों ने क्या था, इनके पुरखों ने अंग्रेजों को जमीन लगान देने के लिए घोड़े खाए और जमीन को बचाया, अपनी माता मानते। और आज सरकार की ये नीति हो रही कि इनसे जमीन हड़प के अडानी अंबानी को देते। और अनाज का जो 76 में एक फैसला आया था हाईकोर्ट का, वो फैसले के तहत किसान का को जब अपनी फसल का और मंडी में बेचने का पूरा राइट मिला हुआ है। इन्होंने बगैर किसान के पूछे ये कैसे कर दिया कि बगैर किसान के सलाह लिए कानून बना दिए। क्या ये अम्बेडकर की सीख पर चल रहा है? अम्बेडकर कॉन्स्टिट्यूशन लिया, आयरलैंड की नकल मार ली, कहीं इंग्लैंड की मार ली। भाई हमारे कानून के अंदर जोड़ना है तो हमारे कस्टम, हमारी रिवाज, किसान का लागत, किसान का मजदूरी, वो मैं जुड़ कर कानून बनेंगे तो मान्य जाएंगे। हमारे जो नेता हैं, हमारे बलबीर सिंह केरवाल, सब हमारे बढ़िया आदमी हैं। ਕੇਂਦਰ ਸਰਕਾਰ ਦੁਆਰਾ ਬਣਾਏ ਗਏ 3 ਖੇਤੀ ਕਾਨੂੰਨਾਂ ਵਿੱਚੋਂ ਇੱਕ ਕਾਨੂੰਨ ਨੂੰ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਨੋਟੀਫਾਈ ਕਰ ਦਿੱਤਾ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਸਵਾਲਾਂ ਦੇ ਘੇਰੇ ਵਿੱਚ ਹੈ। ਇੱਕ ਤਰਫ ਤੋਂ ਤਾਂ ਕੇਜਰੀਵਾਲ ਸਰਕਾਰ ਕਿਸਾਨਾਂ ਦੇ ਨਾਲ ਹੋਣ ਦੀ ਗੱਲ ਕਰਦੀ ਹੈ ਤੇ ਦੂਜੇ ਪਾਸੇ ਕਾਨੂੰਨਾਂ ਨੂੰ ਨੋਟੀਫਾਈ ਕਰ ਰਹੀ ਹੈ। ਇਸ ਬਾਰੇ ਜਦੋਂ ਦੈਨਿਕ ਸਵੇਰਾ ਵੱਲੋਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਤਿੱਖੇ ਸਵਾਲ ਕੀਤੇ ਗਏ ਤਾਂ ਉਹ ਸਵਾਲਾਂ ਤੋਂ ਭੱਜਦੇ ਵਿਖਾਈ ਦਿੱਤੇ। ਪਰ ਹੁਣ ਜਦੋਂ ਕੇਂਦਰ ਸਰਕਾਰ ਨੇ RDF ਬੰਦ ਕਰ ਦਿੱਤਾ, ਰੂਰਲ ਡਿਵੈਲਪਮੈਂਟ ਫੀਸ ਬੰਦ ਕਰ ਦਿੱਤੀ, ਹੁਣ ਕਿਸਾਨਾਂ ਨੂੰ ਇਹ ਡਰ ਹੈਗਾ ਕਾਨੂੰਨ ਲਾਗੂ ਹੋਣਗੇ ਤੇ ਮੰਡੀ ਫੀਸ ਵੀ ਜਾਏਗੀ। ਜਿਹੜਾ ਰੂਰਲ ਡਿਵੈਲਪਮੈਂਟ ਦਾ ਫਾਇਦਾ ਹੋਣਾ ਸੀਗਾ, ਰੂਰਲ ਦੀ ਪਿੰਡੂ ਖੇਤਰਾਂ ਦੀ ਡਿਵੈਲਪਮੈਂਟ ਹੋਣੀ ਸੀਗੀ, ਜਾਂ ਜਿਹੜਾ ਕਿਸਾਨਾਂ ਦਾ ਵੈਲਫੇਅਰ ਦੇ ਲਈ ਜਿਹੜਾ ਪੈਸਾ ਜਾਣਾ ਸੀ, ਉਹ ਸਾਰਾ ਕਾਰਪੋਰੇਟ ਕੋ ਚਲਾ ਜਾਏਗਾ। ਉਹ ਤੇ ਕੇਂਦਰ ਦੇ ਕਾਨੂੰਨ ਪਹਿਲੇ ਕਹਿ ਰਹੇ ਸੀਗੇ, ਪਰ ਜਦੋਂ ਤੁਸੀਂ ਨੋਟੀਫਿਕੇਸ਼ਨ ਕਰ ਦਿੰਦੇ ਹੋ ਤੇ ਕਿਤੇ ਨਾ ਕਿਤੇ ਇਹ ਲੱਗਦਾ ਕਿ ਦਿੱਲੀ ਦੀ ਸਰਕਾਰ ਜਿਹੜੀ ਉਹ ਉਸ ਗੱਲ ਦੇ ਹੱਕ 'ਚ ਖੜੀ ਹੈ, ਜਾਂ ਤੇ ਦਿੱਲੀ ਦੀ ਸਰਕਾਰ ਕਾਰਪੋਰੇਟ ਦੇ ਹੱਕ 'ਚ ਖੜੀ ਹੈ, ਜਾਂ ਦਿੱਲੀ ਦੀ ਸਰਕਾਰ ਮੋਦੀ ਦੇ ਪ੍ਰੈਸ਼ਰ 'ਚ ਹੈਗੀ ਹੈ, ਪਰ किसाना दे पासे नहीं खड़ी। दिल्ली की सरकार पूरी तरह से देश के किसानों के साथ खड़ी है। अरविंद केजरीवाल जी
इस वक्त पूरी तरह से देश के किसानों के, पंजाब के किसानों के साथ खड़े हुए हैं। पूरी पार्टी, पूरी सरकार किसानों के साथ खड़ी हुई है। कैप्टन इस मुद्दे को पूरी तरह से भटकाने के लिए भारतीय जनता पार्टी का काम कर रहे हैं कि वो बस केजरीवाल के खिलाफ बोल देंगे एक बयान, कुछ गलतफहमी किसानों में फैलाने की कोशिश करेंगे, उसका कोई तथ्य नहीं। ਸਰ ਅਸੀਂ ਕੈਪਟਨ ਦੇ ਸਵਾਲ ਤੇ ਕਰ ਨਹੀਂ ਰਹੇ, ਅਸੀਂ ਸਵਾਲ ਕਰ ਰਹੇ ਹਾਂ, ਅਸੀਂ 2 ਮਹੀਨੇ ਤੋਂ ਕਿਸਾਨ ਧਰਨਾ ਕਵਰ ਕਰ ਰਹੇ ਹਾਂ। ਅਸੀਂ ਪੰਜਾਬ ਤੋਂ ਆਏ ਹਾਂ, ਪੰਜਾਬ ਦੇ ਕਿਸਾਨ ਪਰਿਵਾਰ ਕੀ ਹੁੰਦੇ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਦੇ, ਅਸੀਂ ਦਿਨ ਰਾਤ ਉੱਥੇ ਰਹਿ ਰਹੇ ਹਾਂ। ਅਸੀਂ ਕਿਸਾਨ ਬਹੁਤ ਸਮਝਦਾਰ ਨੇ, ਕੇਂਦਰ ਦੀ ਕਿਸੇ ਗੱਲ ਦੇ ਵਿੱਚ ਅਜੇ ਤੱਕ ਨਹੀਂ ਆਏ। ਪਰ ਤੁਹਾਨੂੰ ਨਹੀਂ ਲੱਗਦਾ ਕਿ ਇਸ ਚੀਜ਼ ਦਾ ਕਿਤੇ ਬੈਕਫਾਇਰ ਤੁਹਾਨੂੰ ਵੀ ਹੋਏਗਾ? ਦੂਸਰਾ ਸਵਾਲ ਜਿਹੜਾ ਮੈਂ ਕੀਤਾ ਸੀ ਆਰਡੀਐਫ ਨੂੰ ਲੈ ਕੇ ਤੇ ਮੰਡੀ ਫੀਸ ਨੂੰ ਲੈ ਕੇ, ਹੁਣ ਜਦੋਂ ਨੋਟੀਫਿਕੇਸ਼ਨ ਹੋ ਗਿਆ ਤੁਹਾਨੂੰ ਕਿਵੇਂ ਲੱਗਦਾ ਵੀ ਉਹਦਾ ਨੁਕਸਾਨ ਕਿਸਾਨਾਂ ਨੂੰ ਨਹੀਂ ਹੋਏਗਾ ਜਾਂ ਤੁਹਾਨੂੰ ਲੱਗਦਾ ਕਿ ਉਹਦਾ ਫਾਇਦਾ ਹੋਏਗਾ? ये केंद्र सरकार पूरे देश के किसानों को धोखा देके इस कानून को लागू करवा चुकी है। कोई राज्य सरकार, चाहे वो कैप्टन साहब का कोई प्रस्ताव हो, किसी और राज्य सरकार का कोई प्रस्ताव हो, कोई मायने नहीं रखता है। किसानों के साथ धोखा हो चुका है। केंद्र सरकार ने किसानों के गले में फांस डाल दी है। आज किसान पूरे देश का, किसी एक राज्य का नहीं, दिल्ली का नहीं, पंजाब का नहीं, पूरे देश का किसान ठगा हुआ महसूस कर रहा है। नहीं सुनेगा तो फिर जनता दूसरा कदम उठाएगी। ਆਖਰੀ ਸਵਾਲ ਤੁਹਾਨੂੰ ਵੀ ਹੈਗਾ, ਆਖਰੀ ਸਵਾਲ ਹੈਗਾ, ਬਾਕੀ ਦੇ 2 ਬਿੱਲ ਕਦੋਂ ਨੋਟੀਫਾਈ ਕਰ ਰਹੇ ਹੋ ਫਿਰ? आपसे मेरी रिक्वेस्ट है, आप मूल मुद्दे पर रखिए। क्या पंजाब के मुख्यमंत्री ने जो कहा, जो धोखा दिया कि गृह मंत्री से मिलकर कहा कि भाई देश के लिए, राष्ट्रीय सुरक्षा के लिए खतरा है, क्या पंजाब का किसान जो बाहर बैठा है, दिल्ली के बाहर, दिल्ली के अंदर बॉर्डर पर बैठा है, वो देश की सुरक्षा के लिए खतरा है? ਦਿੱਲੀ 'ਚ ਡਟ ਕੇ ਬੈਠੇ ਕਿਸਾਨਾਂ ਦੇ ਹੱਕ 'ਚ ਪਹੁੰਚੇ ਨਿਹੰਗ ਸਿੰਘਾਂ ਤੋਂ ਬਾਅਦ ਹੁਣ ਹਿੰਦੂ ਸੰਤ ਸਮਾਜ ਵੀ ਕਿਸਾਨਾਂ ਦੇ ਹੱਕ 'ਚ ਅੱਗੇ ਆਇਆ ਹੈ, ਜਿਸ ਦੌਰਾਨ ਉਹਨਾਂ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਗਲਤ ਕਰ ਰਹੀ ਹੈ, ਜਿਸ ਦੇ ਚਲਦੇ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣਾ ਚਾਹੀਦਾ ਹੈ। किस तरह से आप समर्थन देने के लिए पहुंचे हो? आपको किन किन बातों से लगा कि आपको हाँ अभी किसानों का समर्थन करना चाहिए? देखिए, किसानों का समर्थन की बात जहाँ तक है, मैं खुद एक किसान भी हूँ, क्योंकि हमारे क्षेत्र में 300 एकड़ ज़मीन का मैं किसान हूँ। हमारे मठ के 300 एकड़ ज़मीन है। उसके साथ साथ बताना चाहूँगा कि देश के समस्त मठ और मंदिरों के अंदर जब भी किसान की नई फसल आती है, तब किसान अपनी फसल में से कुछ भाग दान करता है। तो सारे देश के मठ मंदिर भी कहीं ना कहीं किसान, जो राजाओं का राजा जिसको ऋषि मानते रहे, और ऋषियों ने किसान को राजाओं का राजा कह करके पुकारा और उसके संबोधन में सम्मान प्रस्तुत किया। तो जब हमारे मठ मंदिरों की ये लोग इतनी ध्यान रखते हैं, हमारी भी ये लोग आजीविका चलाते हैं और ख़ुद अपना घर भी पालते हैं, तो हम तो इनके समर्थन में मुझे लगता है अपने आप है। बिल्कुल। तो अभी जिस तरीके से बात की जाती थी कि हम लोग किसानों के हितैषी है, सभी लोग दावा करते हैं, चाहे कोई भी पार्टी है, तो अभी क्या समझा जाए? जो पार्टी अभी सत्ता में है, क्या अपना मार्ग भूल चुकी है, जिस कारण आज आंदोलन की रास्ता जो है किसानों को अपनाना पड़ा? देखिए, राजनीतिक पार्टियों का मेरे मुख से कहने से ज़्यादा आप लोग भली भांति जानते हैं। राजनीतिक पार्टियां अपना काम करती हैं, लेकिन मुझे लगता है जब राजनीतिक पार्टियों को आवश्यकता होती है वोट की, तब वो लोग अनेकों प्रकार के चौंचले करते हैं, अनेकों अपने ढकोंसले के माध्यम से विज्ञापन और लुभावने आकर्षक विज्ञापन दे करके वो वोट लेने का काम करते हैं। आज उन लोगों को तड़पता हुआ ये किसान देवता नज़र नहीं आ रहा है, तो इसके पीछे मुझे लगता है वो लोग पथभ्रष्ट होकर के कहीं ना कहीं किसानों के विरुद्ध काम कर रहे हैं और किसानों में इस बात का रोष है। तो मुझे लगता है कि परमात्मा ऐसा करे कि इन सरकार की, अर्थात सत्ता में बैठे हुए इन नेताओं को सद्बुद्धि मिले और वो किसान के साथ आज आकर के किसान को समृद्धि देने का काम करें, ना कि किसान को तड़फाने का काम करें। ਕਿਸਾਨਾਂ ਦਾ ਧਰਨਾ ਉਠਾਉਣ ਵਾਸਤੇ ਸੁਪਰੀਮ ਕੋਰਟ 'ਚ ਪਟੀਸ਼ਨ ਪਾਈ ਗਈ ਹੈ। ਇਸ ਪਟੀਸ਼ਨ ਵਿੱਚ ਕਿਸਾਨਾਂ ਨੂੰ ਸੜਕਾਂ ਤੋਂ ਉਠਾਉਣ ਦੀ ਮੰਗ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਇਹ ਪਟੀਸ਼ਨ ਇੱਕ ਲਾਅ ਸਟੂਡੈਂਟ ਵੱਲੋਂ ਸੁਪਰੀਮ ਕੋਰਟ 'ਚ ਫਾਈਲ ਕੀਤੀ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਇਹਨਾਂ ਦਿਨਾਂ 'ਚ ਕਰੋਨਾ ਬਹੁਤ ਫੈਲ ਰਿਹਾ ਹੈ, ਜਿਸ ਦੇ ਚੱਲਦੇ ਭੀੜ ਇਕੱਠੀ ਕਰਨੀ ਬਿਲਕੁਲ ਸਹੀ ਨਹੀਂ ਹੈ ਅਤੇ ਦਿੱਲੀ ਦੀਆਂ ਸੜਕਾਂ ਬਲੌਕ ਹੋਣ ਕਰਕੇ ਮੈਡੀਕਲ ਫੈਸਿਲਿਟੀ ਵੀ ਲੋਕਾਂ ਤੱਕ ਨਹੀਂ ਪਹੁੰਚ ਰਹੀ। ਇਸ ਲਈ ਕਿਸਾਨਾਂ ਦਾ ਧਰਨਾ ਉਠਾਇਆ ਜਾਵੇ। ਇਹ ਸੀ ਕਿਸਾਨੀ ਸੰਘਰਸ਼ ਦੇ 9ਵੇਂ ਦਿਨ ਦੀ ਰਿਪੋਰਟ। ਕਿਸਾਨਾਂ ਨੂੰ ਜਿੱਥੇ ਦੇਸ਼ ਦੇ ਅਲੱਗ-ਅਲੱਗ ਕੋਨਿਆਂ ਦੇ ਵਿੱਚੋਂ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ, ਉੱਥੇ ਹੀ ਵਿਦੇਸ਼ਾਂ ਵਿੱਚੋਂ ਵੀ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਚੁੱਕੀ ਜਾ ਰਹੀ ਹੈ। ਆਖਿਰ ਕੀ ਹੋਵੇਗਾ ਕਿਸਾਨੀ ਸੰਘਰਸ਼ ਦਾ ਅਗਲਾ ਮੋੜ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਤਦ ਤੱਕ ਲਈ ਦਿਓ ਇਜਾਜ਼ਤ ਤੇ ਜੁੜੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ।